हाँ जी स्टूडेंट्स वेलकम करते हैं ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਇਕਨੋਮਿਕਸ ਦਾ ਜਿਹੜੇ ਕਿ ਆਪਾਂ ਮਾਡਲ ਟੈਸਟ ਪੇਪਰ ਲੈ ਕੇ ਆਏ ਤੇ ਇਹ ਸਟੂਡੈਂਟਸ ਜਿਹੜੇ ਕਿ PSCB ਦੇ ਵੱਲੋਂ ਜਾਰੀ ਕੀਤਾ ਹੋਇਆ ਮਾਡਲ ਟੈਸਟ ਪੇਪਰ ਆ ਫੁੱਲ ਸੋਲੂਸ਼ਨ ਆਪਾਂ ਇਸ ਵੀਡੀਓ 'ਚ ਕਰਾਂਗੇ ਦਾ ਇਕਨੋਮਿਕਸ ਅਰਥ ਸ਼ਾਸਤਰ ਦਾ। ਠੀਕ ਹੈ, ਫੁੱਲ ਸੋਲੂਸ਼ਨ ਕਰਾਂਗੇ ਇਸ ਦਾ। ਆਪਾਂ ਸ਼ਾਰਟ ਲੌਂਗ ਸਾਰੇ ਕੁਐਸਚਨਸ ਆਪਾਂ ਆਨਸਰ ਦੇਖਾਂਗੇ। हाँ जी स्टूडेंट्स, तो ये मॉडल टेस्ट पेपर कर रहे हैं आप। हाँ जी, फस्ट है इस शॉर्ट क्वेश्चन है जोड़े कि पहला 20, ठीक है, जोड़े 1 मार्क्स के ने। फस्ट क्वेश्चन है अर्थशास्त्र की किहड़ी शाखा संपूर्ण अर्थव्यवस्था की कार्यकुशलता नाल संबंध रखती है? व्यष्टि अर्थशास्त्र, समष्टि अर्थशास्त्र, आर्थिक विज्ञान या मुद्रा ते बैंकिंग अर्थशास्त्र। तो यह आंसर आ जाएगा बी ऑप्शन, समष्टि अर्थशास्त्र। सैकेंड क्वेश्चन है खंड के उत्पादन लिए गन्ना किहड़ी किस्म की वस्तु है? तो गन्ना किहड़ी किस्म की वस्तु है? मध्यवर्ती वस्तु। गन्ना है मध्यवर्ती वस्तु। अगला है हाँ जी, ये कथन तो यदा रीजन दसिया होया, फिर अपने देखना भी किहड़ा सूटेबल है आंसर। हाँ जी, कथन है एक्सपोस्टो निवेश नियोजित निवेश होंदा है, जो कि एक्स एंड निवेश का वास्तविक पद्धर दर्शाता है। कारण संतुलन पद्धर ते एक्स एंड बचत ते एक्स एंड निवेश बराबर होंदे हैं। तो यदा आंसर जोड़े कि डी वाला ऑप्शन भी कथन ए गलत है तो पर कारण सही है। नैक्सट है अगला क्वेश्चन। हाँ जी, ये जो आप मॉडल टेस्ट पेपर आंसर कर रहे हैं स्टूडेंट्स, ये तो जोड़े कि शॉर्ट हैगा, ठीक है, वो मॉडल टेस्ट पेपर मिले हुए हैं 5, ठीक है, उन्होंने सॉल्व किया हुआ फस्ट मॉडल टेस्ट पेपर है। हाँ जी, सैकेंड फोर्थ है जेकर साडी प्रणाली में मुद्रा नहीं है तो सानू वस्तां प्रति वस्तां का वटांदरा करना पै रहा, तो असी किस प्रणाली की सहायता लै रहे हैं? तो वस्तु वटांदरा प्रणाली की सहायता लै रहे हैं। अगे है डैश वो संस्था जी उधार देन के उद्देश्य लिए जमा स्वीकारती है, तो वो है वपारक बैंक, ठीक है। अगे है जेकर कोई व्यक्ति काम करने लिए तैयार है पर उसनूं काम नहीं मिलता, तो यह किहड़ी अवस्था है? तो यह है अनिच्छक बेरोजगारी या बेकारी, भाव कि व्यक्ति काम करने लिए तैयार है पर उसनूं काम नहीं मिलता, ठीक है। अगला हैगा नंबर 7th अभावी ਅਤੇ ਵਾਧੂ ਮੰਗ ਨੂੰ ठीक करने ਲਈ ਹੇਠਲੇ ਵਿੱਚੋਂ ਕੀ ਰਾਜਕੋਸ਼ੀ ਉਪਾਅ नहीं है? राजकोशी उपाय ਜਿਹੜਾ नहीं है दसना, तो आ जाएगा विदेश नीति। नैक्सट फिर तो कथन दिता होया, फिर ਉਹਦੇ ਅੱਗੇ ਦੱਸੇ ਹੋਏ ਨੇ। हाँ जी, कथन है ਭਾਰਤ ਵੱਲੋਂ ਵਿੱਤੀ ਸੇਵਾਵਾਂ ਦਾ ਨਿਰਯਾਤ ਚਾਲੂ ਖਾਤੇ ਦੇ ਜਮ੍ਹਾਂ ਪੱਖ ਦੇ ਵਿੱਚ ਆਉਂਦਾ ਹੈ। ਕਥਨ ਸੈਕਿੰਡ ਭਾਰਤ ਵਿੱਚ ਵਿਦੇਸ਼ੀ ਪ੍ਰਤੱਖ ਨਿਵੇਸ਼ ਪੂੰਜੀ ਖਾਤੇ ਦੇ ਜਮ੍ਹਾਂ ਪੱਖ ਵਿੱਚ ਆਉਂਦਾ ਹੈ। ਤੇ ਇਹਦੇ ਵਿੱਚੋਂ ਦੋਵੇਂ ਕਥਨ A ਅਤੇ B ਸਹੀ ਨੇ। ਨੈਕਸਟ ਕੁਐਸਚਨ ਹੈਗਾ ਤੁਹਾਡਾ ਨੰਬਰ 9 ਭੌਤਿਕ ਵਸਤਾਂ ਦੇ ਆਯਾਤ ਮੁੱਲ ਅਤੇ ਨਿਰਯਾਤ ਮੁੱਲ ਦੇ ਅੰਤਰ ਨੂੰ ਵਪਾਰ ਬਾਕੀ ਕਹਿੰਦੇ ਨੇ, ਤਾਂ ਇਹ ਸਹੀ ਹੈ, ਠੀਕ ਹੈ। ਭੌਤਿਕ ਵਸਤਾਂ ਦੇ ਆਯਾਤ ਮੁੱਲ ਤੇ ਨਿਰਯਾਤ ਮੁੱਲ ਦੇ ਅੰਤਰ ਨੂੰ ਆਪਾਂ ਵਪਾਰ ਬਾਕੀ ਕਿਹਾ ਜਾਂਦਾ। ਨੈਕਸਟ ਹੈ ਨੰਬਰ 10 ਕੁਐਸਚਨ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਉਸ ਸਮੇਂ ਕਿਹੜੀ ਵਿਸ਼ੇਸ਼ਤਾ ਭਾਰਤੀ ਅਰਥ ਵਿਵਸਥਾ ਦੀ ਨਹੀਂ ਸੀ? ਕਿਹੜੀ ਅਰਥ ਵਿਵਸਥਾ ਦੀ ਜਿਹੜੀ ਵਿਵਸਥਾ ਆਪਾਂ ਕਹਿ ਸਕਦੇ ਵਿਸ਼ੇਸ਼ਤਾ ਨਹੀਂ ਸੀ, ਤਾਂ ਹੈਗੀ ਸੀ ਸੰਮਤੀ ਅਰਥ ਵਿਵਸਥਾ, ਠੀਕ ਹੈ। ਨੈਕਸਟ ਹੈਗਾ ਅੱਗੇ ਮਿਲਾਨ ਕਰਨੇ ਨੇ। ਹਾਂਜੀ, ਮਿਲਾਨ ਕਰਨ ਦੇ ਵਿੱਚ ਹੈਗਾ ਇਹਨਾਂ ਵਿੱਚੋਂ ਕਰੈਕਟ ਆਨਸਰ ਹੈਗਾ ਤੇ ਇਹਦੇ ਵਿੱਚੋਂ ਹਰੀ ਕ੍ਰਾਂਤੀ ਹੈ ਜਿਹੜੀ ਕਿ ਹਰੀ ਕ੍ਰਾਂਤੀ ਮੈਚ ਹੋ ਜਾਊਗਾ ਤੁਹਾਡਾ ਥਰਡ ਨਾਲ 1966, ਠੀਕ ਹੈ। ਹਰੀ ਕ੍ਰਾਂਤੀ 1966 ਤੇ ਨਵੀਂ ਖੇਤੀਬਾੜੀ ਨੀਤੀ ਹੈਗੀ ਆ ਜਿਹੜੀ ਕਿ 2000 ਦੇ ਵਿੱਚ, ਠੀਕ ਹੈ। ਤੇ ਪਹਿਲੀ ਉਦਯੋਗਿਕ ਨੀਤੀ 1948 ਦੇ ਵਿੱਚ, ਦੂਜੀ ਉਦਯੋਗਿਕ ਨੀਤੀ 1956 ਦੇ ਵਿੱਚ। ਨੈਕਸਟ ਕੁਐਸਚਨ, ਹਾਂਜੀ, ਨੈਕਸਟ ਕੁਐਸਚਨ ਹੈਗਾ 13 1991 ਦੀ ਨਵੀਂ ਆਰਥਿਕ ਨੀਤੀ ਵਿੱਚ ਸਰਕਾਰ ਵੱਲੋਂ ਕਿਹੜਾ ਉਪਾਅ ਨਹੀਂ ਅਪਣਾਇਆ ਗਿਆ ਸੀ? ਤਾਂ ਹੈਗੀ ਆ ਅਰਥ ਵਿਵਸਥਾ ਵਿੱਚ ਵਿਦੇਸ਼ੀ ਪ੍ਰਤੱਖ ਨਿਵੇਸ਼ ਸੀਮਾ ਨੂੰ ਘਟਾਉਣਾ। ਅਰਥ ਵਿਵਸਥਾ ਵਿੱਚ ਵਿਦੇਸ਼ੀ ਪ੍ਰਤੱਖ ਨਿਵੇਸ਼ ਸੀਮਾ ਨੂੰ ਘਟਾਉਣਾ। ਅੱਗੇ ਹੈਗਾ 14 ਹੇਠਲਿਆਂ ਵਿੱਚੋਂ ਕਿਹੜਾ ਪੇਂਡੂ ਗਰੀਬਾਂ ਵਿੱਚ ਸ਼ਾਮਲ ਹੁੰਦਾ ਹੈ? ਹਾਂਜੀ, ਪੇਂਡੂ ਗਰੀਬਾਂ ਵਿੱਚ ਕਿਹੜਾ ਸ਼ਾਮਲ ਹੁੰਦਾ? ਭੂਮੀਹੀਨ ਤੇ ਸੀਮਤ ਕਿਸਾਨ, ਖੇਤੀਬਾੜੀ ਕਾਮੇ, ਪੇਂਡੂ ਕਾਰੀਗਰ, ਉਪਰੋਕਤ ਸਾਰੇ। ਤਾਂ ਆਨਸਰ ਆ ਜਾਊਗਾ ਉਪਰੋਕਤ ਸਾਰੇ ਹੀ। ਨੈਕਸਟ ਹੈ ਡੈਸ਼ ਸ਼ਾਖ ਦਾ ਸੰਸਥਾਗਤ ਸਰੋਤ ਹੈ? ਤਾਂ ਖੇਤਰੀ ਪੇਂਡੂ ਬੈਂਕ ਸ਼ਾਖ ਦਾ ਸੰਸਥਾਗਤ ਸਰੋਤ ਹੈ। ਅੱਗੇ ਫਿਰ ਤੋਂ ਕਥਨ ਤੇ ਇਹਦੇ ਵਿੱਚ ਰੀਜ਼ਨ ਦਿੱਤਾ ਹੋਇਆ, ਤੁਸੀਂ ਇਹਨੂੰ ਰੀਡ ਕਰ ਲੈਣਾ, ਠੀਕ ਹੈ। ਭਾਵ ਕਿ ਕਥਨ ਤੇ ਰੀਜ਼ਨ ਵਾਲੇ ਵੀ ਤੁਹਾਨੂੰ ਕੁਐਸਚਨ ਆਉਣੇ ਨੇ। ਹਾਂਜੀ, ਅੱਗੇ ਦੇਖ ਲੈ ਹੇਠਲਿਆਂ ਵਿੱਚੋਂ ਭਾਰਤ ਵਿੱਚ ਊਰਜਾ ਦਾ ਕਿਹੜਾ ਸਰੋਤ ਰਸਮੀ ਹੈ? ਕਿਹੜਾ ਊਰਜਾ ਦਾ ਸਰੋਤ ਰਸਮੀ ਹੈ? ਤਾਂ ਇਹਦੇ ਵਿੱਚ ਉਪਰੋਕਤ ਸਾਰੇ ਆ ਜਾਣਗੇ। ਪੈਟਰੋਲੀਅਮ ਵੀ ਰਸਮੀ ਹੈ,
ठीक है। कोला भी रसमी है, कुदरती गैस भी, उपरोक्त सारे आंसर आ गया। ਨੈਕਸਟ ਹੈਗਾ ਅੱਗੇ ਕੁਐਸਚਨ ਤੁਹਾਡਾ ਫਿਰ ਤੋਂ ਮੈਚਿੰਗ ਆ। ਇਸ ਦੇ ਵਿੱਚ ਧਨਾਤਮਕ ਸਹਿਬੰਧ ਆ ਜਾਊਗਾ ਦੋ ਚਰਾਂ ਦਾ ਸਮਾਨ ਦਿਸ਼ਾ ਵਿੱਚ ਪਰਿਵਰਤਨ। ਦੋ ਚਰਾਂ ਦਾ ਸਮਾਨ ਦਿਸ਼ਾ ਵਿੱਚ ਪਰਿਵਰਤਨ। ਰਿਣਾਤਮਕ ਕੀ ਹੁੰਦਾ? ਦੋ ਚਰਾਂ ਦਾ ਉਲਟ ਦਿਸ਼ਾ ਵਿੱਚ ਪਰਿਵਰਤਨ। ਉਲਟ ਦਿਸ਼ਾ ਵਿੱਚ ਪਰਿਵਰਤਨ। ਤੇ ਸਰਲ ਸੰਬੰਧ ਕੀ ਹੁੰਦਾ? ਸਰਲ ਸਹਿਬੰਧ ਦੋ ਚਰਾਂ ਵਿਚਲੇ ਸਹਿਬੰਧ ਦਾ ਵਿਸ਼ਲੇਸ਼ਣ। ਰੇਖਾਤਮਕ ਕੀ ਹੁੰਦਾ? ਜਦੋਂ ਚਰਾਂ ਵਿਚਲਾ ਅਨੁਪਾਤ ਸਥਿਰ ਹੁੰਦਾ ਹੈ। ਜਦੋਂ ਚਰਾਂ ਵਿਚਲਾ ਅਨੁਪਾਤ ਸਥਿਰ ਹੁੰਦਾ ਹੈ। ਨੈਕਸਟ ਹੈਗਾ ਹੇਠਲੇ ਵਿੱਚੋਂ ਕਿਹੜੀ ਕਿਸਮ ਸੂਚਾਂਕ ਦੀ ਨਹੀਂ ਹੈ? ਤਾਂ ਸਧਾਰਨ ਜਿਹੜੀ ਕਿ ਸੂਚਾਂਕ ਦੀ ਕਿਸਮ ਨਹੀਂ ਹੈ। ਅੱਗੇ ਦੋ ਦੋ ਅੰਕਾਂ ਵਾਲੇ ਕੁਐਸਚਨ ਨੇ 10। ਪੂੰਜੀਗਤ ਅਵਸਥਾ ਅਤੇ ਉਤਪਾਦਕ ਅਵਸਥਾ ਵਿੱਚ ਅੰਤਰ ਦੱਸਣਾ। ਉਤਪਾਦਕ ਅਵਸਥਾ ਉਹ ਵਸਤੂ ਹੁੰਦੇ ਨੇ ਜਿਨ੍ਹਾਂ ਨੂੰ ਕੱਚੇ ਮਾਲ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ, ਜਿਵੇਂ ਕੁਰਸੀ ਬਣਾਉਣ ਲਈ ਲੱਕੜ ਦਾ ਪ੍ਰਯੋਗ ਹੁੰਦਾ। ਜਦਕਿ ਪੂੰਜੀਗਤ ਅਵਸਥਾ ਉਹ ਵਸਤੂ ਹੁੰਦੇ ਨੇ ਜਿਨ੍ਹਾਂ ਨੂੰ ਸਥਿਰ ਪਰਿਸੰਪਤੀ ਵਜੋਂ ਵਰਤਿਆ ਜਾਂਦਾ, ਜਿਵੇਂ ਮਸ਼ੀਨਰੀ ਹੋ ਗਏ, ਪਲਾਂਟ ਵਗੈਰਾ ਹੋ ਗਏ। ਅੱਗੇ ਹੈਗਾ ਜਦੋਂ ਆਮਦਨ ਪੱਧਰ ਸਿਫਰ ਹੋਵੇ ਤਾਂ ਵੀ ਉਪਯੋਗ ਖਰਚ ਸਿਫਰ ਕਿਉਂ ਨਹੀਂ ਹੁੰਦਾ? ਇਹ ਤਾਂ ਇਹਦੇ ਵਿੱਚ ਹੈ ਲੰਬੇ ਸਮੇਂ ਵਿੱਚ ਕੁੱਲ ਆਮਦਨ ਤੇ ਕੁੱਲ ਖਰਚ ਬਰਾਬਰ ਹੁੰਦੇ ਨੇ, ਜਿਹਦੇ ਨਾਲ ਆਮਦਨ ਪੱਧਰ ਸਿਫਰ ਹੋਣ ਦੇ ਨਾਲ ਉਪਭੋਗ ਖਰਚ ਵੀ ਸਿਫਰ ਹੋ ਜਾਂਦਾ। ਤੇ ਇਸ ਤੋਂ ਉਲਟ ਥੋੜ੍ਹੇ ਸਮੇਂ ਦੇ ਵਿੱਚ ਆਮਦਨ ਸਿਫਰ ਹੋਣ ਤੇ ਵੀ ਉਪਭੋਗ ਖਰਚ ਸਿਫਰ ਨਹੀਂ ਹੋ ਸਕਦਾ। ਭਾਵ ਪੁਰਾਣੀਆਂ ਬੱਚਤਾਂ ਦਾ ਪ੍ਰਯੋਗ ਕਰਕੇ ਉਪਭੋਗ ਕੀਤਾ ਜਾ ਸਕਦਾ। ਨੈਕਸਟ ਅੱਗੇ ਫਿਰ ਤੋਂ ਤੁਹਾਡਾ ਜਿਹੜੇ ਕਿ ਇਹਦੇ ਵਿੱਚ ਪ੍ਰਾਥਮਿਕ ਘਾਟਾ ਪਤਾ ਕਰਨਾ, ਇਹਦੇ ਵਿੱਚ ਅੰਕੜੇ ਦਿੱਤੇ ਹੋਏ ਨੇ। ਤਾਂ ਇਹਦੇ ਵਿੱਚ ਫਾਰਮੂਲਾ ਆ ਜਾਊਗਾ ਪ੍ਰਾਥਮਿਕ ਘਾਟਾ ਰਾਜਕੋਸ਼ੀ ਘਾਟਾ ਮਾਈਨਸ ਵਿਆਜ ਭੁਗਤਾਨ। ਤਾਂ ਇਹਦੇ ਵਿੱਚੋਂ 780 ਮਾਈਨਸ 80 ਕਰਕੇ ਜਿਹੜਾ ਕਿ ਆ ਜਾਊਗਾ 720 ਕਰੋੜ ਰੁਪਏ। ਨੈਕਸਟ ਹੈਗਾ ਹਾਂਜੀ ਅਰਥ ਵਿਵਸਥਾ ਲਈ ਭੁਗਤਾਨ ਸੰਤੁਲਨ ਦੇ ਪੂੰਜੀਗਤ ਖਾਤੇ ਵਿੱਚ ਵਾਫਰ ਹੋਣਾ ਇੱਕ ਚੰਗਾ ਚਿੰਨ੍ਹ ਕਿਉਂ ਨਹੀਂ ਹੈ? ਹਾਂਜੀ ਪੂੰਜੀਗਤ ਖਾਤੇ ਵਿੱਚ ਵਾਫਰ ਹੋਣਾ ਦੇਸ਼ ਦੀ ਅਰਥ ਵਿਵਸਥਾ ਲਈ ਕੋਈ ਚੰਗਾ ਚਿੰਨ੍ਹ ਨਹੀਂ ਹੈ, ਕਿਉਂਕਿ ਇਹ ਵਾਫਰ ਵਿਦੇਸ਼ਾਂ ਤੋਂ ਵੱਧ ਕਰਜ਼ਾ ਲੈ ਕੇ ਪ੍ਰਾਪਤ ਕੀਤਾ ਜਾ ਸਕਦਾ, ਜਿਹੜਾ ਕਿ ਵਿਆਜ ਸਹਿਤ ਵਾਪਸ ਵੀ ਕਰਨਾ ਪੈਣਾ। ਤੇ ਇਸ ਤਰ੍ਹਾਂ ਭੁਗਤਾਨ ਸੰਤੁਲਨ ਦੇ ਵਿੱਚ ਪੂੰਜੀਗਤ ਖਾਤੇ ਵਿੱਚ ਵਾਫਰ ਹੋਣਾ ਕੋਈ ਚੰਗਾ ਚਿੰਨ੍ਹ ਨਹੀਂ ਹੈ। ਨੈਕਸਟ ਹੈ NIT ਨੀਤੀ ਉਦਯੋਗ ਦੇ ਕੋਈ ਉਦੇਸ਼ ਦੱਸਣੇ ਨੇ, ਕੋਈ ਦੋ। ਠੀਕ ਹੈ ਹਾਂਜੀ ਪਹਿਲਾ ਕੀ ਹੈ ਸਹਿਕਾਰਤਾ ਸੰਘਵਾਦ ਨੂੰ ਵਧਾਉਣਾ, ਜਿਸ ਦੇ ਵਿੱਚ ਰਾਜਾਂ ਦੀ ਭਾਗੀਦਾਰੀ ਕਿਰਿਆਸ਼ੀਲ ਅਤੇ ਵੱਧ ਹੋਵੇ। ਸੈਕਿੰਡ ਹੈ ਥਿੰਕ ਟੈਂਕ ਰਾਹੀਂ ਸਮਰੱਥਾ ਸ਼ਕਤੀ ਵਿੱਚ ਵਾਧਾ ਕਰਨਾ। ਅੱਗੇ ਹੈਗਾ ਉਦਾਰੀਕਰਨ ਦੇ ਸਰਕਾਰੀ ਗੈਰ ਦਖਲਅੰਦਾਜ਼ੀ ਦੀ ਨੀਤੀ ਦੇ ਵਿੱਚ ਕੀ ਅੰਤਰ ਹੈ? ਉਦਾਰੀਕਰਨ ਦੀ ਨੀਤੀ ਦੇ ਵਿੱਚ ਸਰਕਾਰ ਵੱਲੋਂ ਗੈਰ ਲੋੜੀਂਦੀਆਂ ਪਾਬੰਦੀਆਂ ਨੂੰ ਨਿੱਜੀ ਖੇਤਰ ਤੋਂ ਹਟਾ ਲਿਆ ਜਾਂਦਾ, ਜਿਵੇਂ ਲਾਇਸੈਂਸ ਨਿਯੰਤਰਣ। ਤੇ ਇਸ ਦੇ ਵਿੱਚ ਆਰਥਿਕ ਤਾਕਤ ਨੂੰ ਅੰਸ਼ਿਕ ਆਜ਼ਾਦੀ ਮਿਲ ਜਾਂਦੀ ਹੈ, ਜਦਕਿ ਸਰਕਾਰੀ ਗੈਰ ਦਖਲਅੰਦਾਜ਼ੀ ਨੀਤੀ ਦੇ ਵਿੱਚ ਸਰਕਾਰ ਆਰਥਿਕ ਕੰਮਾਂ ਦੇ ਵਿੱਚ ਦਖਲ ਨਹੀਂ ਦਿੰਦੀ ਤੇ ਆਰਥਿਕ ਤਾਕਤਾਂ ਨੂੰ ਪੂਰਨ ਆਜ਼ਾਦੀ ਹੁੰਦੀ ਹੈ। ਨੈਕਸਟ ਹੈ ਭਾਰਤ ਸਰਕਾਰ ਦੀ ਮਨਰੇਗਾ ਨੀਤੀ ਦੇ ਦੋ ਵਿਸ਼ੇਸ਼ਤਾ ਦੱਸਣੀਆਂ ਨੇ। ਹਾਂਜੀ ਪਿੰਡਾਂ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਨੂੰ 1 ਸਾਲ ਦੇ ਵਿੱਚ ਘੱਟੋ ਘੱਟ 100 ਦਿਨ ਰੁਜ਼ਗਾਰ ਦੀ ਗਰੰਟੀ ਮਿਲਦੀ ਹੈ ਨਰੇਗਾ ਦੇ ਨਾਲ। ਸੈਕਿੰਡ ਹੈ ਇਹਨਾਂ ਗਰੀਬ ਪਰਿਵਾਰਾਂ ਦੇ ਵਿੱਚੋਂ ਘੱਟੋ ਘੱਟ ਤੀਜਾ ਹਿੱਸਾ ਲਾਭ ਔਰਤਾਂ ਨੂੰ ਦਿੱਤਾ ਜਾਣਾ ਜ਼ਰੂਰੀ ਹੈ। ਅਗਲਾ ਕੁਐਸਚਨ ਹੈ ਨੰਬਰ 8 ਕਿਸੇ ਅਰਥ ਵਿਵਸਥਾ ਦੇ ਵਿਕਾਸ ਲਈ ਮਾਨਵੀ ਪੂੰਜੀ ਨਿਰਮਾਣ ਮਹੱਤਵਪੂਰਨ ਕਿਵੇਂ ਹੈ? ਕਿਸੇ ਅਰਥ ਵਿਵਸਥਾ ਦੇ ਵਿਕਾਸ ਲਈ ਮਾਨਵੀ ਪੂੰਜੀ ਨਿਰਮਾਣ ਮਹੱਤਵਪੂਰਨ ਹੈ, ਕਿਉਂਕਿ ਇਹਦੇ ਨਾਲ ਦੇਸ਼ ਵਿੱਚ ਕੁਸ਼ਲ ਪੜ੍ਹੇ ਲਿਖੇ ਸਿਹਤਮੰਦ ਨਿਪੁੰਨ ਕਿਰਤੀ ਮਿਲਦੇ ਨੇ, ਕਾਮੇ ਮਿਲਦੇ ਨੇ। ਤੇ ਪੂੰਜੀ ਦੇ ਰੂਪਾਂ ਦੇ ਵਿੱਚ ਮਾਨਵੀ ਪੂੰਜੀ ਉਹ ਮਹੱਤਵਪੂਰਨ ਰੂਪ ਹੈ ਜਿਸ ਨੇ ਦੇਸ਼ ਦੇ ਕੁਦਰਤੀ ਭੌਤਿਕ ਸਾਧਨਾਂ ਦੀ ਵਰਤੋਂ ਵੀ ਪ੍ਰਭਾਵਪੂਰਨ ਢੰਗ ਦੇ ਨਾਲ ਕਰਨੀ ਹੁੰਦੀ ਹੈ। ਅੱਗੇ ਹੈ ਕੁਐਸਚਨ ਨੰਬਰ 9 ਕਾਰਲ ਪੀਅਰਸਨ ਦੇ ਸਹਿ ਸੰਬੰਧ ਗੁਣਾਂਕ ਦੇ ਦੋ ਵਿਸ਼ੇਸ਼ਤਾ ਦੱਸਣੀਆਂ ਨੇ। ਹਾਂਜੀ ਇਸ ਦੀ ਸੀਮਾ ਪਲੱਸ ਮਾਈਨਸ ਭਾਵ ਠੀਕ ਹੈ, ਇਹ ਤੁਸੀਂ ਰੀਡ ਕਰ ਲੈਣਾ। ਨੈਕਸਟ ਹੈਗਾ ਸੂਚਾਂਕ ਤਿਆਰ ਕਰਨ ਸਮੇਂ ਆਉਂਦੀਆਂ ਕਿਹੜੇ ਦੋ ਮੁਸ਼ਕਲਾਂ ਨੇ? ਫਸਟ ਹੈ ਊੜਾ ਕੀਮਤਾਂ ਤੇ ਵਸਤਾਂ ਦੀ ਚੋਣ ਜੋ ਕਿ ਸੂਚਕ ਅੰਕ ਦੇ ਉਦੇਸ਼ ਅਨੁਸਾਰ ਹੋਊਗੀ। ਸੈਕਿੰਡ ਹੈ ਭਾਰ ਅਤੇ ਆਧਾਰ ਸਾਲ ਦੀ ਚੋਣ। ਨੰਬਰ 11 ਸਹਿ ਸੰਬੰਧ ਗੁਣਾਂਕ ਦੇ ਦਰਜਿਆਂ ਦਾ ਵਰਣਨ ਕਰਨਾ। ਤਾਂ ਇਹਦੇ ਵਿੱਚ ਹੈਗੇ ਨੇ ਮਾਈਨਸ ਭਾਵ ਪੂਰਨ ਰਿਣਾਤਮਕ ਸਹਿ ਸੰਬੰਧ ਗੁਣਾਂਕ, ਪਲੱਸ ਭਾਵ ਪੂਰਨ ਰਿਣਾਤਮਕ ਸਹਿ ਸੰਬੰਧ। ਠੀਕ ਹੈ 0 ਭਾਵ ਸਹਿ ਸੰਬੰਧ ਨਹੀਂ ਹੈ। ਤੇ ਜਦੋਂ ਸਹਿ ਸੰਬੰਧ ਗੁਣਾਂਕ ਪਲੱਸ ਮਾਈਨਸ ਦੇ ਨੇੜੇ ਤੇ ਉੱਚਾ ਹੁੰਦਾ, ਉੱਚਾ ਦਰਜਾ, ਜਦੋਂ ਸਹਿ ਸੰਬੰਧ 0 ਦੇ ਨੇੜੇ ਤਾਂ ਨੀਵਾਂ ਹੁੰਦਾ ਦਰਜਾ। ਅੱਗੇ ਹੈ ਜੇ n = 10 ਤਾਂ ਇਹਦੇ ਵਿੱਚ ਇਹਦਾ ਕਾਰਲ ਪੀਅਰਸਨ ਦਾ ਜਿਹੜੇ ਕਿ ਸਪੀਅਰਮੈਨ ਵਿਧੀ ਰਾਹੀਂ ਇਹਦਾ ਆਨਸਰ ਕਰਨਾ। ਹਾਂਜੀ ਇਹ ਤੁਸੀਂ ਕਰ ਲੈਣਾ। ਅੱਗੇ ਹੈਗਾ ਸਰੋਤ ਆਧਾਰ ਦੇ ਵਿੱਚ ਪਹਿਰੇ ਜੋ ਆਨਸਰ ਲੱਭਣੇ ਨੇ ਤਾਂ ਠੀਕ ਹੈ 2 ਪਹਿਰੇ ਆਉਣਗੇ, ਇਹਨਾਂ ਦੇ ਵਿੱਚੋਂ ਆਨਸਰ ਤੁਸੀਂ ਫਾਈਂਡ ਕਰਨੇ ਨੇ। ਹਾਂਜੀ ਨੈਕਸਟ ਅੱਗੇ ਆ ਗਏ ਤੁਹਾਡੇ 4 ਅੰਕਾਂ ਵਾਲੇ ਕੁਐਸਚਨ। ਠੀਕ ਹੈ 4 ਕਰਨੇ ਹੋਣਗੇ ਤੁਸੀਂ, ਜਿਵੇਂ 2 ਖੇਤਰੀ ਮਾਡਲ ਦੇ ਵਿੱਚ ਆਮਦਨ ਦੇ ਚੱਕਰੀ ਪ੍ਰਵਾਹ ਦਾ ਵਰਣਨ ਕਰਨਾ, ਤੁਸੀਂ ਇਹਨੂੰ ਰੀਡ ਕਰ ਲੈਣਾ। ਠੀਕ ਹੈ ਹਾਂਜੀ ਨੈਕਸਟ ਦੇਖਦੇ ਹਾਂ ਕਿ ਆਪਾਂ ਜਾਂ ਪਾ ਕੇ ਦੇ ਨਾਲ ਕੁਐਸਚਨ ਆਇਆ ਹੋਇਆ ਕਿ ਜੇ
ਜੇਕਰ ਅਰਥ ਵਿਵਸਥਾ ਦੀ ਰਾਸ਼ਟਰੀ ਆਮਦਨ 4000 ਕਰੋੜ ਰੁਪਏ ਤਾਂ ਸੀਮਾਂਤ ਉਪਭੋਗ ਪ੍ਰਵਿਰਤੀ 0.5 ਹੈ, ਤਾਂ 1200 ਕਰੋੜ ਰੁਪਏ ਦੇ ਨਵੇਂ ਨਿਵੇਸ਼ ਆਮਦਨ ਨਾਲ ਕੁੱਲ ਰਾਸ਼ਟਰੀ ਆਮਦਨ ਕਿੰਨੀ ਹੋ ਜਾਊਗੀ। ਤਾਂ ਰਾਸ਼ਟਰੀ ਆਮਦਨ ਕੱਢਣੀ ਇਹਦੇ ਵਿੱਚ। ਹਾਂਜੀ, ਅਗਲਾ ਕੁਐਸਚਨ ਹੈਗਾ ਕੇਂਦਰੀ ਬੈਂਕ ਦੇ ਕਿਸੇ 4 ਕਾਰਜਾਂ ਨੇ। ਕੇਂਦਰੀ ਬੈਂਕ ਦੇ ਕੀ ਕਾਰਜ ਨੇ, ਠੀਕ ਹੈ। ਸੈਂਟਰਲ ਬੈਂਕ ਦੇ ਕਰੰਸੀ ਜਾਰੀ ਕਰਨਾ ਕੰਮ ਹੈ, ਸਰਕਾਰ ਦਾ ਬੈਂਕ ਹੈ ਇਹ, ਠੀਕ ਹੈ। ਸਰਕਾਰ ਦੀਆਂ ਪ੍ਰਾਪਤੀਆਂ ਕੇਂਦਰੀ ਬੈਂਕ ਦੇ ਵਿੱਚ ਜਮ੍ਹਾਂ ਕਰਵਾਈਆਂ ਜਾਂਦੀਆਂ ਨੇ, ਅਤੇ ਇਹ ਬੈਂਕ ਸਰਕਾਰ ਦੇ ਸਾਰੇ ਭੁਗਤਾਨ ਵੀ ਕਰਦਾ ਹੈ। ਜਦੋਂ ਸਰਕਾਰ ਨੂੰ ਮੁਦਰਾ ਦਾ ਸੰਕਟ ਸਹਿਣਾ ਕਰਨਾ ਪੈਂਦਾ ਤਾਂ ਅਲਪਕਾਲੀਨ ਕਰਜ਼ੇ ਦੀ ਸਹੂਲਤ ਕੇਂਦਰੀ ਬੈਂਕਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਅੱਗੇ ਹੈ ਬੈਂਕਾਂ ਦਾ ਬੈਂਕ ਹੈ ਇਹ, ਉਧਾਰ ਨਿਯੰਤਰਣ ਹੈ ਇਹਦੇ ਵਿੱਚ। ਨੈਕਸਟ ਕੁਐਸਚਨ ਹੈ ਕਿਸੇ ਅਰਥ ਵਿਵਸਥਾ ਵਿੱਚ ਅਭਾਵੀ ਮੰਗ ਦੀ ਅਵਸਥਾ ਨੂੰ ਰੇਖਾ ਚਿੱਤਰ ਰਾਹੀਂ ਜਿਹੜੇ ਕਿ ਦਰਸਾਉਣਾ। ਮੀਨਸ ਜਿਹੜੇ ਤੁਹਾਨੂੰ ਕੁਐਸਚਨ ਆਉਣਗੇ ਇਹ 4 ਅੰਕਾਂ ਵਾਲੇ, ਉਹਨਾਂ ਵਿੱਚ ਹਰ ਇੱਕ 'ਚ ਚੁਆਇਸ ਹੋਊਗੀ। ਅੱਗੇ ਥਰਡ ਕੁਐਸਚਨ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ 1947 ਦੇ ਵਿੱਚ ਭਾਰਤੀ ਅਰਥ ਵਿਵਸਥਾ ਗਤੀਹੀਨ ਅਰਥ ਵਿਵਸਥਾ ਸੀ, ਅਤੇ ਇਹਦੇ ਬਾਰੇ ਤੁਸੀਂ ਇਹ ਦੇਣਾ ਵੇਰਵਾ। ਅਤੇ ਜਾਂ ਪਾ ਕੇ ਕੁਐਸਚਨ ਆਇਆ ਹੋਇਆ ਕਿ 1991 ਦੀ ਉਦਯੋਗਿਕ ਨੀਤੀ ਦੀਆਂ 4 ਵਿਸ਼ੇਸ਼ਤਾਵਾਂ। ਉਦਯੋਗਿਕ ਨੀਤੀ 1948, ਉਦਯੋਗਿਕ ਨੀਤੀ 1956, ਦੈਨ ਉਦਯੋਗਿਕ ਨੀਤੀ 1977, ਫਿਰ ਅੱਗੇ ਉਦਯੋਗਿਕ ਨੀਤੀ 1991। ਅੱਗੇ ਕੁਐਸਚਨ ਹੈ ਭਾਰਤ ਵਿੱਚ ਪੇਂਡੂ ਸ਼ਾਖ ਦੀਆਂ ਸਮੱਸਿਆ ਨੂੰ ਹੱਲ ਕਰਨ ਲਈ ਕੋਈ 4 ਉਪਾਅ ਦੱਸਣੇ ਨੇ, ਜਿਵੇਂ ਪੁਰਾਣੇ ਕਰਜ਼ਿਆਂ ਦਾ ਨਿਪਟਾਰਾ ਕਰਨਾ ਚਾਹੀਦਾ, ਨਵੇਂ ਕਰਜ਼ੇ 'ਤੇ ਨਿਯੰਤਰਣ ਰੱਖਣਾ ਚਾਹੀਦਾ, ਠੀਕ ਹੈ। ਦੈਨ ਅੱਗੇ ਹੈ ਕੁਐਸਚਨ ਪ੍ਰਦੂਸ਼ਣ ਕੀ ਹੈ, ਇਹਨਾਂ ਦੀ ਕਿਸਮਾਂ। ਅਤੇ ਸਟੂਡੈਂਟਸ ਆਪਾਂ ਨੇ ਇਹ ਵੀ ਅਪਲੋਡ ਕੀਤਾ ਹੋਇਆ ਕਿ ਕਿਸ ਚੈਪਟਰ ਦੇ ਵਿੱਚੋਂ ਤੁਹਾਨੂੰ ਕਿੰਨਾ ਪੋਰਸ਼ਨ ਆਉਣਾ, ਉਹ ਵੀਡੀਓ ਜ਼ਰੂਰ ਵਾਚ ਕਰੋ। ਕਿਹੜੇ ਚੈਪਟਰ 'ਚੋਂ ਤੁਹਾਨੂੰ ਲੌਂਗ ਕੁਐਸਚਨ ਆਉਣੇ ਨੇ, ਕਿਹੜੇ ਪੋਰਸ਼ਨ 'ਚ ਤੁਹਾਨੂੰ ਜਿਹੜੇ ਕਿ 4 ਮਾਰਕਸ ਵਾਲੇ ਆਉਣੇ ਨੇ, ਕਿਹੜੇ 'ਚੋਂ 6 ਮਾਰਕਸ ਵਾਲੇ ਆਉਣੇ ਨੇ, ਉਹ ਵੀਡੀਓ ਜ਼ਰੂਰ ਵਾਚ ਕਰ ਲਓ। 2 ਮਾਰਕਸ ਵਾਲੇ ਪ੍ਰਦੂਸ਼ਣ ਦੇ ਅੱਗੇ ਵਾਯੂ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਠੀਕ ਹੈ। ਨੈਕਸਟ ਅੱਗੇ ਸਮ ਦਿੱਤਾ ਹੋਇਆ, ਅੱਗੇ ਤੁਸੀਂ ਇਹਨੂੰ ਫਾਈਂਡ ਕਰਨਾ ਇਹਦੇ ਵਿੱਚੋਂ। ਹੇਠਲੇ ਅੰਕੜੇ ਤੋਂ ਰਾਸ਼ਟਰੀ ਆਮਦਨ ਤੇ ਨੀਵੇਂ ਘਰੇਲੂ ਆਮਦਨ ਪਤਾ ਕਰਨੀ ਹੈ। ਅੱਗੇ ਹੈ ਲੋਚਦਾਰ ਲੋਚਸ਼ੀਲ ਵਟਾਂਦਰਾ ਦਰ ਕੀ ਹੈ, ਇਸ ਦੇ ਗੁਣ ਤੇ ਦੋਸ਼, ਠੀਕ ਹੈ। ਮੈਰਿਟਸ ਔਰ ਡੀਮੈਰਿਟਸ ਇਸ ਦੇ। ਲੋਚਸ਼ੀਲ ਵਟਾਂਦਰਾ ਦਰ ਦੇ ਪੱਖ ਦੇ ਵਿੱਚ ਦਲੀਲਾਂ। ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਵਾਧਾ ਹੁੰਦਾ, ਭਾਵ ਕਿ ਲਾਭ ਇਹਦੇ ਵਿੱਚ। ਸੁਤੰਤਰ ਆਰਥਿਕ ਨੀਤੀ ਦਾ ਆਧਾਰ ਹੁੰਦਾ ਇਹ। ਭੁਗਤਾਨ ਸੰਤੁਲਨ ਵਿੱਚ ਘਾਟੇ ਦੀ ਸਮੱਸਿਆ ਦਾ ਹੱਲ ਹੁੰਦਾ ਇਹਦੇ ਵਿੱਚ। ਅਤੇ ਅੱਗੇ ਇਹਦੇ ਅਗਲਾ ਵੇਰਵਾ ਅੰਤਰਰਾਸ਼ਟਰੀ ਤਰਲਤਾ ਦੀ ਸਮੱਸਿਆ ਦਾ ਹੱਲ ਹੁੰਦਾ ਇਹਦੇ ਨਾਲ। ਸੁਤੰਤਰ ਵਪਾਰ ਹੁੰਦਾ। ਵਿਰੋਧ ਦੇ ਵਿੱਚ ਦਲੀਲਾਂ, ਭਾਵ ਕਿ ਇਹਦੇ ਆਪਾਂ ਕਹਿ ਸਕਦੇ ਕਿ ਜਿਹੜੇ ਇਹਦੇ ਲਾਭ ਨਹੀਂ ਹੈਗੇ। ਔਗਣ ਸੱਟੇਬਾਜ਼ੀ ਦੀ ਕਿਰਿਆਵਾਂ, ਠੀਕ ਹੈ। ਅੰਤਰਰਾਸ਼ਟਰੀ ਤਰਲਤਾ ਦੀ ਸਮੱਸਿਆ, ਅੰਦਰੂਨੀ ਅਸਥਿਰਤਾ, ਗੈਰ ਜ਼ਰੂਰੀ ਪੂੰਜੀ ਪ੍ਰਵਾਹ। ਨੈਕਸਟ ਕੁਐਸਚਨ ਹੈ ਭਾਰਤੀ ਖੇਤੀਬਾੜੀ ਦੀਆਂ ਕੋਈ 6 ਸਮੱਸਿਆਵਾਂ। ਭਾਰਤੀ ਖੇਤੀਬਾੜੀ ਦੇ ਜਿਹੜੇ ਕਿਹੜੇ ਸਮੱਸਿਆ ਨੇ, ਘੱਟ ਉਤਪਾਦਕਤਾ, ਠੀਕ ਹੈ, ਖੇਤਰੀ ਅਸਮਾਨਤਾ, ਇਹ ਤੁਹਾਨੂੰ 6 ਮਾਰਕਸ ਵਾਲੇ 'ਚ ਨੇ। ਸੰਸਥਾਗਤ ਤੱਤ, ਭੂਮੀ ਤੇ ਜਨਸੰਖਿਆ ਦਾ ਭਾਰ, ਖੇਤੀ ਦੇ ਪੁਰਾਣੇ ਤਰੀਕੇ ਨੇ, ਤਕਨੀਕੀ ਤੱਤ ਨੇ। ਭਾਰਤ ਵਿੱਚ ਬੇਰੁਜ਼ਗਾਰੀ ਦੇ 6 ਕਾਰਨ, ਠੀਕ ਹੈ। ਬੇਕਾਰੀ ਭਾਵ ਕਿ ਬੇਰੁਜ਼ਗਾਰੀ, ਜਨਸੰਖਿਆ ਵਿੱਚ ਤੇਜ਼ੀ ਨਾਲ ਵਾਧਾ, ਖੇਤੀਬਾੜੀ ਇੱਕ ਮੌਸਮੀ ਕਿੱਤਾ, ਲਘੂ ਅਤੇ ਕੁਟੀਰ ਉਦਯੋਗਾਂ ਵੱਲ ਅਣਗਹਿਲੀ ਵਰਤੀ ਜਾ ਰਹੀ ਹੈ, ਉਦਯੋਗਿਕ ਵਿਕਾਸ ਦੀ ਨੀਵੀਂ ਦਰ ਹੈ, ਦੋਸ਼ਪੂਰਨ ਸਿੱਖਿਆ ਪ੍ਰਣਾਲੀ ਹੈ, ਅਤੇ ਖੇਤੀ ਆਧਾਰਿਤ ਉਦਯੋਗਾਂ ਦਾ ਘੱਟ ਵਿਕਾਸ ਹੈ। ਸੋ ਇਹ ਸੀ ਤੁਹਾਡਾ ਜਿਹੜੇ ਕਿ ਮਾਡਲ ਟੈਸਟ ਪੇਪਰ। ਥੈਂਕਸ। ਰਿਵੀਜ਼ਨ ਟੈਸਟ ਪੇਪਰ